अस्सलाम वालेकुम जी, मैं हूं मोहम्मद अब्बास मुसाफिर और आप इससे पहले हमारी 3 वीडियोस देख चुके हैं। ये उसी कड़ी की चौथी वीडियो है और राणा साहब मेरे काबू आए हुए हैं। इनको मैंने थोड़ा लालच दिया हुआ है। भाई खुआओगे भी ना फिर हाँ, मछली खिलाएंगे जी, आपको क्यों नहीं खिलाएंगे। खुआओगे यकीन करो कुछ अंदर जाएगा तो कुछ गल्ला बाहर निकलणगियां ये नहीं ਤੁਹਾਡੀ ਮਿਹਰਬਾਨੀ ਹੈ ਉਹ ਰੱਖੋ। आपने पहले भी सॉरी मैं फिर ਉਰਦੂ ਬੋਲਣ ਲੱਗ ਪਿਆ। ਤੁਸੀਂ ਪਹਿਲੇ ਵੀ ਸਾਡੇ ਕਾਫੀ ਵਾਕਿਆ ਸੁਣੇ ਨੇ ਤੇ ਸਾਰੇ ਨਾਲ ਇੰਦੇ ਵਾਕਤ ਪੇਸ਼ ਆਉਂਦੇ ਨੇ। ਕੋਈ ਸਾਡੇ ਨਾਲ ਅਵੱਲੇ ਨਹੀਂ ਆਏ, ਕੋਈ ਨੋਖੇ ਨਹੀਂ ਆਏ। ਜਿੰਨੇ ਵੀ ਯਾਰ ਦੋਸਤਾਂ ਵਾਲੇ ਲੋਕ ਨੇ, ਯਾਰਾਂ ਦੋਸਤਾਂ 'ਚ ਬੈਠਦੇ ਨੇ, ਉਹਨਾਂ ਨੇ ਇਸ ਤੋਂ ਵੀ ਜ਼ਿਆਦਾ ਅਜੀਬ ਵਾਕਿਆਤ ਪੇਸ਼ ਆਉਂਦੇ ਨੇ। ਅਸਲ ਰਾਣਾ ਸਾਹਿਬ ਨੂੰ ਲੱਗੀ ਹੈ ਭੁੱਖ, ਤੇ ਭੁੱਖ ਦੇ ਵਿੱਚ ਨਾ ਇਹਨਾਂ ਦੀ ਜਿਹੜੀ ਦਿਮਾਗ ਦੀ ਬੈਟਰੀ ਹੈ ਨਾ, ਉਹ ਡਾਊਨ ਹੋ ਜਾਂਦੀ ਹੈ। ਡਾਊਨ ਹੋ ਜਾਂਦੀ ਹੈ, ਡਾਊਨ ਹੈ। ਯਕੀਨ ਕਰੋ ਤੇ ਇਹ ਮੱਛੀ ਅੰਦਰ ਜਾਏਗੀ ਨਾ। ਇਹ ਮੱਛੀ ਜਨਾਬ ਰੱਖੀ ਹੈ, ਕੋਲੇ ਵੀ ਰੱਖੇ ਨੇ। ਹਾਂ ਤੇ ਕਿਉਂਕਿ ਇਹਦੇ ਵਿੱਚ ਹੋਰ ਵੀ ਦੋਸਤਾਂ ਸ਼ਾਮਲ ਹੋਣਾ ਹੈ, ਅਜ਼ੀਜ਼ਾਂ ਨੇ, ਤੇ ਮੇਰਾ ਦਿਲ ਉਹ ਵੀ ਆ ਲੈਣ ਤੇ ਫਿਰ ਰਾਣਾ ਸਾਹਿਬ ਨੂੰ ਖਾਵਾਂਗੇ। ਉਸ ਤੋਂ ਪਹਿਲਾਂ ਤੇ ਫਿਰ ਇਹਦੇ ਰਾਣਾ ਸਾਹਿਬ ਹੀ ਖਾ ਜਾਣੀ ਹੈ। ਜੇ ਉਹ ਨਾ ਆਏ ਤੇ ਸਾਡੀ ਸ਼ਹਾਦਤ ਹੋ ਜਾਣੀ ਜੇ ਮੈਂ ਨਹੀਂ, ਉਹ ਆ ਰਹੇ ਨੇ, ਉਹਨਾਂ ਦੀ ਗੱਡੀ ਨਜ਼ਦੀਕ ਪਹੁੰਚ ਗਈ ਫਿਰ ਠੀਕ ਹੈ। ਠੀਕ ਹੈ, ਹਾਂ ਉਨੀ ਦੇਰ ਅਸੀਂ ਫਿਰ ਚਾਹਾਂਗੇ ਰਾਣਾ ਸਾਹਿਬ ਦੇ ਕੋਲੋਂ ਕੋਈ ਗੱਲਾਂ ਬਾਤਾਂ ਸੁਣਨੀਆਂ। ਅਸਲ ਮੈਂ ਇੱਕ ਪਿੰਡੂ ਬੰਦਾ ਵਾਂ। ਜਦੋਂ ਦਾ ਮੈਂ ਸ਼ਹਿਰ ਆਇਆ, ਇਹ ਮੇਰੇ ਬਾਜ਼ਾਰ, ਬਲਕਿ ਮੈਂ ਇਹਨਾਂ ਦੇ ਬਾਜ਼ਾਰ 'ਚ ਰਹਿਣਾ, ਸੌਰੀ। ਨਹੀਂ ਜੀ ਵੇਖੋ। ਅੱਛਾ, ਬਾਜ਼ਾਰ ਤੋਂ ਮੈਨੂੰ ਯਾਦ ਆਇਆ ਮੁਸਬਤ ਗੱਲ। ਅੱਜ ਮੈਂ ਆਪਣੀ ਗਲੀ 'ਚ ਖੜਾ ਸਾਂ, ਡਾਕੀਆ ਆਇਆ, ਕਹਿੰਦਾ ਫਲਾਂ ਵਲਦ ਫਲਾਂ, ਇਹ ਤੁਹਾਡੇ ਮੇਰੇ ਗਲੀ 'ਚ ਹੈ? ਮੈਂ ਕਿਹਾ ਨਹੀਂ। ਹਾਂ, ਇੱਕ ਕਿਰਾਏਦਾਰ ਰਹਿੰਦਾ ਹੁੰਦਾ ਸੀ ਇੱਥੇ, ਮੈਨੂੰ ਯਾਦ ਹੈ। ਮੈਂ ਕਿਹਾ ਸ਼ਾਇਦ ਉਹ ਕਿਰਾਏਦਾਰ। ਤੇ ਮੈਂ ਕਿਹਾ ਪਿੱਛੇ ਤੁਸੀਂ ਮਜ਼ੀਦ ਪਤਾ ਕਰ ਲਓ। ਉਹ ਰਾਣਾ ਸਾਹਿਬ ਨੂੰ ਬਹੁਤ ਫੋਨ ਆਉਂਦੇ ਨੇ, ਖਾਸ ਕਰ ਰੋਟੀ ਵਾਲੇ ਫੋਨ ਤੇ ਬਹੁਤ ਹੀ ਆਉਂਦੇ ਨੇ। ਇਹ ਵੀ ਰੋਟੀ ਵਾਲਾ ਹੀ ਲੱਗਦਾ ਜੇ ਯਕੀਨ ਕਰੋ। ਨਾ ਚੁੱਕਿਆ ਜੀ, ਨਾ ਚੁੱਕਿਆ। ਅੱਛਾ ਚਲੋ ਠੀਕ। ਹੁਣ ਤੁਹਾਨੂੰ ਮੱਛੀ ਖਵਾਵਾਂਗੇ ਅੱਜ। ਵੇਖ ਲਿਆ ਜੀ। ਅੱਛਾ ਜੀ। ਧਰੋਹ ਨਾ ਉਹ ਕਰੇ। ਬੰਦਾ ਕੀ ਕਹਿੰਦਾ, ਕਹਿੰਦਾ ਮੈਨੂੰ ਲੱਗਦਾ ਹੈ ਕਿ ਡਿਵੋਰਸ ਦਾ ਕਾਗਜ਼ ਹੈ। ਉਹ ਵਾਪਸ ਲੈ ਗਿਆ। ਕਹਿੰਦਾ ਜੀ ਮੈਂ ਤੇ ਰਿਪੋਰਟ ਕਰਨਾ ਕਿ ਟੈਲੀਫੋਨ ਨੰਬਰ ਦਿਓ, ਫਿਰ ਡਾਕ ਪਹੁੰਚੇਗੀ। ਤੇ ਉਹਨੇ ਬੜੀ ਪਿਆਰੀ ਗੱਲ ਕੀਤੀ। ਕਹਿੰਦਾ ਯਾਰ ਅੱਲਾ ਕਰੇ ਇਸ ਦਰਮਿਆਨ ਸ਼ਾਇਦ ਉਹਨਾਂ ਦੀ ਸੁਲ੍ਹਾ ਹੋ ਜਾਏ। ਤੇ ਇਸ ਵਾਸਤੇ ਜਿਹੜੀ ਮੁਸਬਤ ਚੀਜ਼ਾਂ ਨੇ, ਮੁਸਬਤ ਦੇ ਨੇ, ਉਹ ਰੱਖਣਾ ਚਾਹੀਦਾ ਬੰਦੇ ਨੂੰ। ਤੇ ਅਸੀਂ ਚਾਹੁੰਦੇ ਰਾਣਾ ਸਾਹਿਬ ਵੀ ਤੁਹਾਨੂੰ ਕੋਈ ਮੁਸਬਤ ਗੱਲਾਂ ਸੁਣਾਉਣ। ਅੱਜ ਰਾਣਾ ਸਾਹਿਬ ਕੋਈ ਮੁਸਬਤ ਗੱਲ ਇੱਕ ਫੋਨ ਸੁਣ ਲਵਾਂ ਵਿੱਚ। ਨਹੀਂ ਰਾਣਾ ਸਾਹਿਬ, ਰੋਟੀ ਵਾਲਾ ਫੋਨ ਨਹੀਂ ਸੁਣਨਾ। ਰੋਟੀ ਵਾਲਾ ਹੀ ਸੀ ਯਕੀਨ ਕਰੋ ਤੁਸੀਂ। ਨਹੀਂ, ਤੁਹਾਨੂੰ ਮੱਛੀ ਖਵਾਵਾਂਗੇ ਅੱਜ। ਅੱਛਾ, ਕੋਈ ਮੁਸਬਤ ਐਸੀ ਗੱਲ ਤੋਂ ਕੋਈ ਮੁਸਬਤ ਕੰਮ ਕੀਤਾ, ਕਿਸੇ ਦਾ ਫਾਇਦਾ ਕੀਤਾ ਹੋਵੇ। ਫਾਇਦੇ ਤੇ ਭਾਜੀ ਬੜਿਆਂ ਦੇ ਕੀਤੇ ਜੇ। ਨਹੀਂ, ਕਿਸੇ ਇੱਕ ਦਾ ਕੋਈ ਇੰਜ ਦਾ ਕੋਈ ਫਾਇਦਾ ਜਿਹੜਾ ਮਸਾ ਜਿਹਾ ਟੈਪ ਹੋਏ ਜਿੱਥੇ ਤੁਹਾਨੂੰ ਚਲੋ ਬਿਸਤੀ ਹੋਈ ਹੋਵੇ। ਰਾਣਾ ਸਾਹਿਬ ਗੁੱਸਾ ਨਹੀਂ ਜੀ ਕਰਦੇ ਕਿਸੇ ਦਾ? ਬਿਲਕੁਲ ਨਹੀਂ ਕਰਦੇ ਗੁੱਸਾ। ਸਾਡੇ ਕੋਲ ਨਾ ਇੱਥੇ ਅਮਰੂਦਾਂ ਦਾ ਬਾਗ ਹੁੰਦਾ ਸੀ, ਪਤਾ ਜੀ? ਹਾਂ ਬਿਲਕੁਲ, ਉੱਥੇ ਹੁੰਦਾ ਸੀ ਉਹ। ਹਾਂ। ਬਿਲਕੁਲ ਪੱਟ ਦਿੱਤਾ ਉਹਨਾਂ ਨੇ। ਉਹ ਨਾ ਸਰਦੀਆਂ ਦੇ ਦਿਨ ਹੋਣ ਤੇ ਅਸੀਂ ਅਮਰੂਦ ਲੈਣ ਗਏ ਤੇ ਮੇਰਾ ਖਿਆਲ ਇਹਨਾਂ ਦਿਨਾਂ 'ਚ ਹੀ ਅਮਰੂਦ ਹੁੰਦਾ ਹੈ। ਹਾਂ, ਅੱਛਾ ਅਮਰੂਦ ਹੁੰਦਾ ਨਾ। ਅੱਛਾ ਅਮਰੂਦ ਹੁੰਦਾ। ਉਹ ਨਾ ਇੱਥੇ ਬੜਾ ਨਫੀਸ ਅਮਰੂਦ ਲੱਗਦਾ ਸੀ, ਬੜਾ ਆਲਾ ਹਾਂ, ਮੈਂ ਖਾਧਾ। ਨਸਲੀ ਬੂਟੇ ਉਹਨਾਂ ਨੇ ਲਾਏ ਸਨ, ਚੰਗੀ ਨਸਲ ਦੇ। ਉਹਨਾਂ ਆਖਿਆ ਜੀ, ਅਸੀਂ ਕਿਹਾ ਯਾਰ 2-4 ਅਮਰੂਦ ਦੇ ਦੇ। ਉਹਨੇ ਆਖਿਆ 80 ਰੁਪਏ ਕਿਲੋ ਲੈਣੇ ਨਹੀਂ, ਜਿੰਨੇ ਵੀ ਲੈਣੇ ਨੇ। ਅੱਛਾ, 80 ਰੁਪਏ ਕਿਲੋ? ਉਦੋਂ ਦੀ ਗੱਲ ਹੈ। ਠੀਕ ਹੈ ਜੀ। ਹੁਣ ਤੇ ਬਾਗ ਨੂੰ ਵੀ ਖਤਮ ਹੋਇਆ, ਮੇਰੇ ਖਿਆਲ 5-6 ਸਾਲ ਹੋ ਗਏ ਨੇ। ਉਹਨੇ ਆਖਿਆ 80 ਰੁਪਏ ਕਿਲੋ ਤੋਂ ਘੱਟ ਨਹੀਂ ਦੇਣੇ, ਲੈਣੇ ਨਹੀਂ ਤੇ ਲੈ ਨਹੀਂ ਤੇ ਅਗਲਾ ਲਾ। ਅੱਛਾ। ਮੈਂ ਕਿਹਾ ਜੇ ਤੁਹਾਡੀ ਹਵੇਲੀ ਚੋਂ ਕੋਈ ਅਮਰੂਦ ਪੁੱਟ ਕੇ ਲਾਈਏ ਫੇਰ? ਉਹਨੇ ਕਿਹਾ ਲੈ ਅਸੀਂ ਚੂੜੀਆਂ ਪਾਈਆਂ ਨੇ। ਮੈਂ ਕਿਹਾ ਅੱਛਾ ਜੀ। ਅੱਛਾ। ਮੈਂ ਕਿਹਾ ਵੇਖ ਲਈ। ਉਹਨੇ ਕਿਹਾ ਵੇਖ ਲਿਆ। ਮਜ਼ਾਕ ਚ। ਮੈਂ ਕਿਹਾ ਚਲੋ ਜੀ ਅੱਲਾ ਕਰੇ ਕੋਈ ਨਾ ਲਾ ਕੇ ਖੜੇ ਭਾਈ, ਸਾਡੀ ਤੇ ਦੁਆ ਏ। ਅਸੀਂ ਰਾਤ ਨੂੰ ਜਨਾਬ ਟੁਰ ਗਏ ਆ ਫਿਰ ਉਹਦੀ ਵੇਲੀ ਅਮਰੂਦਾਂ ਵਾਲਿਆਂ ਨੇ। ਫਿਰ ਚੋਰੀ ਸਾਹਿਬ ਐਡਾ ਅਮਰੂਦ ਵੀ ਲਾਇਆ ਅੱਲਾ, ਤੇ ਐਡਾ ਵੀ ਲਾਇਆ। ਅਮਰੂਦਾਂ ਵਾਲਿਓ ਵੇਖ ਲਓ, ਤੁਹਾਡਾ ਚੋਰ ਫੜਿਆ ਗਿਆ ਅੱਜ। ਉਹ ਫਿਰ ਐਡਾ ਵੀ ਲਾਇਆ ਤੇ ਐਡਾ ਵੀ ਲਾਇਆ। ਨਹੀਂ, ਅਗਲੇ ਦਿਨ ਦੱਸਿਆ ਕਿ ਨਹੀਂ ਉਹਨਾਂ ਨੂੰ? ਨਹੀਂ। ਆਹਾਂ ਫਿਰ ਸਾਰਾ ਅਮਰੂਦ ਲਾ ਕੇ ਉਹ ਜਨਾਬ ਜਿਹੜਾ ਖਾਦਾ ਗਿਆ ਖਾਦਾ, ਕੁਝ ਪੱਠਿਆਂ 'ਚ ਕੁਤਰ ਛੜਿਆ, ਕੁਝ ਅੱਧੀ ਰਾਤ ਨੂੰ ਲੋਕਾਂ ਦੇ ਘਰਾਂ 'ਚ ਮਾਰਨ ਡਏ। ਮੁਸਬਤ ਗੱਲਾਂ ਹੋ ਰਹੀਆਂ ਨੇ ਜੀ, ਰਾਣਾ ਸਾਹਿਬ ਦੀਆਂ ਮੁਸਬਤ ਸਟੋਰੀਆਂ ਨੇ। ਅਗਲੇ ਦਿਨ ਸੁਣ ਲਓ। ਅਗਲੇ ਦਿਨ ਫਿਰ ਟੁਰ ਗਏ ਉੱਥੇ। ਅੱਛਾ ਹਾਂ ਭਾਈ, ਅਮਰੂਦ ਹੈ ਨਹੀਂ,
ਉਹਨੇ ਕਿਹਾ ਰਾਤੀ ਚੋਰ ਪੈ ਗਏ ਨੇ ਅਗਲੇ ਦਿਨ ਜਾ ਕੇ ਛੇੜਿਆ ਉਹਨੂੰ। ਛੇੜਿਆ ਫਿਰ ਉਹਨਾਂ ਨੇ, ਫਿਰ ਮਾਵਾਂ ਭੈਣਾਂ ਦੀਆਂ ਸਾਨੂੰ ਫੇਰ ਗਾਲਾਂ ਕੱਢੀਆਂ। ਮੈਂ ਕਿਹਾ ਨਹੀਂ ਤੇਰੀਆਂ ਬਣਦੀਆਂ ਨੇ, ਤੇਰੇ ਬੂਟੇ ਖਾਲੀ ਕੀਤੇ ਨੇ ਰਾਤ ਦੇ। ਮੈਂ ਕਿਹਾ ਤੇਰੀਆਂ ਗਾਲਾਂ ਬਣਦੀਆਂ ਨੇ। ਮੈਂ ਕਿਹਾ ਕੋਈ ਗੱਲ ਨਹੀਂ। ਹਾਂਜੀ, ਤੁਸੀਂ ਇਹ ਅਮਰੂਦਾਂ ਵਾਲੀ ਸਟੋਰੀ ਤੇ ਸੁਣ ਲਈ। ਰਾਣਾ ਸਾਹਿਬ ਕੋਈ ਮੁਸਬਤ ਕੰਮ ਵੀ ਵੇਖੋ ਨਾ, ਲੋਕ ਬੰਦੇ ਫਾਇਦਾ ਕਰਦੇ ਨੇ ਕਿਸੇ ਦਾ, ਕਿ ਇਹਦੀ ਚੀਜ਼ ਗੁਆਚੀ ਉਹਦੇ ਘਰ ਦੇ ਜਾਂਦੇ ਨੇ, ਤੇ ਕੋਈ ਬੜੇ ਜਿਹੇ ਕੰਮ ਕਰਦੇ ਨੇ। ਮੁਸਬਤ ਤੁਹਾਨੂੰ ਕੋਈ ਨਹੀਂ ਯਾਦ, ਸਾਰੇ ਆ ਤੁਹਾਨੂੰ ਉਹ ਜਿੱਥੇ ਤੁਹਾਡੀ ਹੋਈ ਏ। ਦੇਖੋ ਜੀ ਗੱਲ ਪਤਾ ਕੀ ਹੈ, ਜੇ ਅਸੀਂ ਕਿਸੇ ਦੇ ਘਰ ਕੋਈ ਸ਼ਾਇਦ ਦੇਣ ਵੀ ਗਏ ਨਾ, ਉਹਨਾਂ ਉਲਟੀਆਂ ਸਾਨੂੰ ਗਾਲਾਂ ਹੀ ਕੱਢੀਆਂ ਨੇ ਕਿ ਨਹੀਂ ਚੁੱਕੀ ਹੋਣੀ। ਕਿਵੇਂ? ਉਹ ਨਾ ਇੱਥੇ ਨਾ ਕ੍ਰਿਕਟ ਖੇਡਦੇ ਸਾਂ ਅਸੀਂ, ਪਿਛਲੇ ਹਫ਼ਤੇ ਹੀ, ਤੁਹਾਨੂੰ ਪਤਾ ਹੈ। ਹਾਂ ਬਿਲਕੁਲ, ਉਹ ਵਾਲਾ ਸਾਹਮਣੇ ਵਾਲਾ ਆ ਪਿੱਛੇ ਆਹੋ। ਅੱਛਾ, ਇੱਥੇ ਸਹੇਲ ਦੇ ਨਾਲ, ਸਹੇਲ ਸ਼ੇਖ ਦੇ ਨਾਲ। ਹਾਂ 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 ਬਿਲਕੁਲ, ਬਹੁਤ ਉੱਥੇ ਅਸੀਂ ਕ੍ਰਿਕਟ ਖੇਡਦੇ ਹਾਂ। ਲੋ ਜੀ ਭਾਜੀ, ਉਹ ਸਾਰੀ ਦਿਹਾੜੀ ਉਸ ਬੱਲੇ ਦਾ ਨਾਲ ਅਸੀਂ ਕ੍ਰਿਕਟ ਖੇਡਦੇ ਰਹੇ। ਅੱਛਾ। ਉਹ ਬੱਲਾ ਉੱਥੇ ਹੀ ਸਾਰੇ ਛੱਡ ਗਏ ਤੇ ਮੈਂ ਇਕੱਲਾ ਰਹਿ ਗਿਆ। ਮੈਂ ਉਹਨਾਂ ਦੇ ਘਰ ਬੱਲਾ ਦੇਣ ਟੁਰ ਗਿਆ। ਮੈਂ ਕਿਹਾ ਬੱਲਾ ਕਿਹਦਾ? ਉਹਨੇ ਕਿਹਾ ਫਲਾਣੇ ਦਾ ਬਾਈ ਬੱਚਾ ਆਂਦਾ। ਮੈਂ ਜਨਾਬ ਬੱਲਾ ਦੇਣ ਟੁਰ ਗਿਆ ਤੇ ਮੈਂ ਉਹਦੀ ਮਾਂ ਕੋਲੋਂ ਫੇਰ ਗਾਲਾਂ ਖਾਧੀਆਂ। ਕਿਉਂ? ਉਹਨਾਂ ਦਾ ਬੱਲਾ ਸਵੇਰ ਦਾ ਚੁੱਕਿਆ ਗਿਆ ਸੀ। ਮੈਂ ਗਿਆ ਮੇਰੇ ਨਾਲ ਤੇ ਉਹ ਬੜੀ ਯਾਰ ਅਖੀਰ ਹੋ ਗਈ ਹੈ ਭਾਈ। ਅੱਛਾ, ਇਹ ਮੁਸਬਤ ਤੇ ਉਹਦੇ ਜੀ ਬਿਸਤੀ, ਉਹਦੇ ਚ ਵੀ ਬਿਸਤੀ, ਉਹਦੇ ਚ ਵੀ ਗਾਲਾਂ ਕੱਢੀਆਂ। ਮਰਨਿਆ ਸਵੇਰ ਦਾ ਤੂੰ ਲੈ ਗਿਆ। ਅੱਛਾ, ਕੋਈ ਐਸਾ ਹੋਟਲ ਵਾਲਾ ਜਾਂ ਦੁਕਾਨ ਵਾਲਾ ਜਿਹਨੇ ਤੁਹਾਡੇ ਤੇ ਪਾਬੰਦੀ ਲਾਈ ਹੋਵੇ ਕਿ ਰਾਣਾ ਸਾਹਿਬ ਸਾਡੇ ਕੋਲ ਰੋਟੀ ਖਾਣ ਨਹੀਂ ਆਉਣਾ? ਨਹੀਂ ਭਾਜੀ, ਹੋਟਲ ਵਾਲਿਆਂ ਦਾ ਯਕੀਨ ਕਰੋ, ਮੈਂ ਸਾਰੀ ਜ਼ਿੰਦਗੀ ਬਣਾਈ ਜੇ। ਅੱਛਾ। ਆਹੋ, ਪਰ ਅੱਛੇ ਤੇ ਸਾਫ਼ ਸੁਥਰੇ ਹੋਟਲਾਂ ਦੇ, ਗੰਦੇ ਹੋਟਲਾਂ ਨਾਲ ਨਹੀਂ। ਲੋ ਜੀ, ਇੱਕ ਦਿਨ ਦੀ ਗੱਲ ਸੁਣ ਲਓ। ਇਹ ਤੇ ਇਹਦਾ ਦੋਸਤ ਜ਼ਾਹਦ ਪਠਾਨ, ਜ਼ਾਹਦ ਪਠਾਨ, ਉਹ ਬਹੁਤ ਅੱਛਾ ਬੱਚਾ ਵੀ। ਇਹ ਮੈਨੂੰ ਕਹਿੰਦੇ ਨੇ ਭਾਜੀ ਰੋਟੀ ਖਵਾਓ। ਮੈਂ ਯਾਰ ਗੱਲ ਸੁਣੋ, ਸਾਲਣ ਘਰ ਹੈ ਤੇ ਗਰਮੀ ਏ ਤੇ ਰੋਟੀਆਂ ਆਪਾਂ ਹੋਟਲ ਤੋਂ ਲੈ ਆਉਂਦੇ ਆ। ਕਹਿੰਦੇ ਤੁਸੀਂ ਖਾਣੀ ਹੈ? ਮੈਂ ਤੇ ਨਹੀਂ ਖਾਣੀ, ਮੈਂ ਤੇ ਖਾ ਚੁੱਕਿਆ। ਹੁਣ ਜ਼ਾਹਦ ਪਠਾਨ ਸਾਹਿਬ ਕਾਰ ਚਲਾ ਰਹੇ ਨੇ, ਮੈਂ ਫਰੰਟ ਤੇ ਬੈਠਾ, ਪਿੱਛੇ ਰਾਣਾ ਸਾਹਿਬ ਬੈਠੇ ਨੇ। ਅਸੀਂ ਟੁਰ ਗਏ ਮਾਮੇ ਦੇ ਹੋਟਲ ਤੇ। ਤੁਹਾਨੂੰ ਪਤਾ ਗੁਜਰਾਤ ਚ ਮਾਮੇ ਦਾ ਹੋਟਲ ਦਾ ਨਾਂ ਹੈ। ਹਾਂ ਬਿਲਕੁਲ। ਇੰਜ ਉਤਰੇ ਨੇ ਤੇ ਮੈਂ ਤੇ ਬਿੱਲ ਦੇਣਾ ਸੀ। ਮੈਂ ਜੀ ਆਰਡਰ ਦਿਓ। ਖਾਨ ਸਾਹਿਬ ਛੁੱਟ ਗਏ, 22 ਰੋਟੀਆਂ ਲਾ ਦੇ। ਮੈਨੂੰ ਤਾਂ ਪਤਾ ਸੀ ਇਹ ਖਾਣ ਪੀਣ ਵਾਲੇ ਜੀ ਨੇ। ਅੱਛਾ ਜਨਾਬ, 22 ਰੋਟੀਆਂ ਲਵਾ ਲਈਆਂ ਤੇ 2 ਰਾਜ ਸੁੱਕੀਆਂ ਖਾ ਗਏ। ਮੈਂ ਯਾਰ ਸੁੱਕੀਆਂ ਖਾ ਗਏ ਹੋ? ਖਾਨ ਸਾਹਿਬ ਨਾਲ ਥੋੜੇ ਜਿਹਾ ਰੁਕ ਕੇ ਬੋਲਦੇ ਨੇ। ਚਲੋ ਇੱਕ ਕੁਦਰਤੀ ਨੁਕਸੇ, ਮੈਂ ਕਦੀ ਕਿਸੇ ਦੇ ਕੁਦਰਤੀ ਨੁਕਸ ਤੇ ਨਾ ਕਦੀ ਮਜ਼ਾਕ ਨਹੀਂ ਕੀਤਾ। ਮੈਂ ਇਹਨੂੰ ਕਮੀਨਗੀ ਸਮਝਣਾ। ਉਹ ਰੁਕ ਕੇ ਬੋਲਦੇ ਨੇ, ਉਹਨਾਂ ਨੇ ਮੈਨੂੰ ਰੁਕ ਕੇ ਨਾ ਬੜੇ ਸਟਾਈਲ ਨਾਲ ਸਮਝਾਇਆ ਕਿ ਇਹਦੇ ਵਿੱਚ ਨਮਕ ਹੁੰਦਾ ਹੈ ਆਟੇ 'ਚ। ਮੈਂ ਜੀ ਠੀਕ ਹੈ ਜਨਾਬ। ਖੈਰ ਘਰ ਆਏ ਨਾ, ਰੋਟੀ ਖਾਧੀ। ਇਸ ਤਰ੍ਹਾਂ ਹੀ ਇੱਕ ਤੇ ਹੋਰ ਵਾਕਿਆ ਹੋਇਆ। ਸਾਡੇ ਘਰ ਮਹਿਮਾਨ ਆਏ ਸਨ, ਮਹਿਮਾਨ ਚਲੇ ਗਏ, ਇਹਨਾਂ ਨੇ ਫੱਡਾ ਪਾ ਲਿਆ। ਇਹਨਾਂ ਕਿਹਾ ਭਾਜੀ ਨੂੰ ਪ੍ਰਾਹੁਣੇ ਆਏ ਹਨ, ਚੰਗੀ ਸ਼ਾਹ ਪੱਕੀ ਹੋਣੀ ਹੈ, ਤੁਹਾਨੂੰ ਵੀ ਖਵਾਓ। ਮੈਂ ਜੀ ਬਿਲਕੁਲ ਮਟਨ ਪੱਕਿਆ ਤੇ ਲੇਕਿਨ ਬੋਟੀਆਂ ਥੋੜੀਆਂ ਨੇ, ਸ਼ੋਰਬਾ ਜ਼ਿਆਦਾ ਹੈ। ਇਹਨੇ ਕਿਹਾ ਤੁਸੀਂ ਪਿਆਲਾ ਭਰ ਕੇ ਲਿਆਓ। ਪਾਲਾ ਭਰ ਕੇ ਲਿਆਂਦਾ। ਇਹਨੇ ਖਾਣਾ ਖਾਦਾ ਸੀ ਤੇ ਆਪਣੇ ਯਾਰ ਨੂੰ ਖਵਾਉਣ ਦਾ ਚੱਕਰ ਸੀ, ਜ਼ਾਹਦ ਪਠਾਨ ਨੂੰ। ਰੋਟੀਆਂ ਤਾਂ ਵਾਹ, ਮੈਂ ਜਿੰਨਾ ਵੀ ਘਰ ਰੋਟੀਆਂ ਸਾਰੇ ਲਿਆਂਦੀਆਂ, ਸਾਲਣ ਵੀ ਸਾਰੇ ਲਿਆਂਦਾ। ਮੈਨੂੰ ਪਤਾ ਸੀ ਇਹ ਜਿਹੜਾ ਖੁਸ਼ ਖੁਰਾਕ ਲੋਕ ਨੇ। ਉਹ ਰੋਟੀਆਂ ਵੇਖ ਕਹਿੰਦਾ, ਉਹ ਜੇ ਫਿਰ ਰੁਕ ਕੇ ਬੰਦਾ ਬੋਲਦਾ, ਕਹਿੰਦਾ ਤੁਸੀਂ ਮੈਨੂੰ ਪਿੱਟੂ ਸਮਝਦੇ ਹੋ? ਉੱਥੇ ਇੱਕ ਰੋਟੀ ਚੁੱਕ ਲਓ। ਯਾਦ ਹੈ ਨਾ? ਆਂਦਾ ਇੱਕ ਰੋਟੀ ਚੁੱਕ ਲਓ। ਐਨੇ ਉਹਦੀ ਉਹ ਪੱਤ ਲਾਈ ਵਿਚਾਰੇ ਦੀ, ਉਹ ਬਿਸਤੀ ਕੀਤੀ। ਉਹ ਨਾ ਮੇਰਾ ਦੋਸਤ ਇੱਥੇ ਵਿਕਾਸ ਮੁੰਡਾ ਵੇਖਿਆ ਹੋਣਾ ਸੁਨਿਆਰਾ, ਉਹ ਨਾ ਉਹਨੇ ਨਾ ਸਾਨੂੰ ਦਾਵਤ ਦਿੱਤੀ। ਉਹਨੇ ਕਿਹਾ ਮੇਰੇ ਘਰ ਲੈਂਟਰ ਪੈਣ ਡਿਆ ਤੇ ਤੁਹਾਨੂੰ ਚਾਵਲ ਖਵਾਣੇ ਨੇ। ਮੈਂ ਕਿਹਾ ਬਈ ਗੱਲ ਇਹ ਵੀ ਕਿ ਤੂੰ ਹੋਏਗਾ ਉੱਥੇ। ਵੇਖੋ ਜੀ, ਯਾਰਾਂ ਦੇ ਨਾਲ ਹੀ ਸਾਰੀਆਂ ਬਾਰਾਂ ਹੁੰਦੀਆਂ। ਹਾਂ ਬਿਲਕੁਲ ਯਾਰ। ਮੈਂ ਕਿਹਾ ਵੇਖ ਬਈ ਤੇਰੀ ਫੈਮਿਲੀ 'ਚ ਤੂੰ ਸਾਨੂੰ ਜਾਣਦਾ, ਠੀਕ ਹੈ, ਤੂੰ ਹੋਏਗਾ ਤੇ ਅਸੀਂ ਰੋਟੀ ਖਾਵਾਂਗੇ, ਵਰਨਾ ਅਸੀਂ ਰੋਟੀ ਨਹੀਂ ਖਾਵਾਂਗੇ। ਰੋਟੀ ਤੈਨੂੰ ਬਾਜ਼ਾਰ ਦੀ ਪੈ ਜਾਣੀ ਹੈ। ਉਹਨੇ ਆਖਿਆ ਜੀ ਠੀਕ ਹੈ। ਉਹਨੇ ਨਾ ਭਾਜੀ, ਉਹਨੇ ਆਖਿਆ ਜੀ ਲੇਕਿਨ ਸ਼ਰਤ ਹੈ ਵੀ ਦੇਗ ਦਾ ਢੱਕਣ ਚੁੱਕੋ ਤੇ ਤੁਸੀਂ ਉੱਥੇ ਹੋ। ਅੱਛਾ। ਮੈਂ ਕਿਹਾ ਜੀ ਗੱਲ ਹੀ ਕੋਈ ਨਹੀਂ। ਐ ਤੇ ਉਹ ਫਸ ਨਾ ਗਿਆ ਗਰੀਬ। ਫਸ ਗਿਆ ਉਹ ਗਰੀਬ। ਤੁਸੀਂ ਕੌਣ ਤੋਂ? ਮੈਂ, ਜ਼ਾਹਦ ਪਠਾਨ, ਵਾਹ ਬੱਟ, ਫਿਰ 1-2 ਮੁੰਡੇ ਹੋਰ, ਤਕਰੀਬਨ 7। ਯਾਨੀ ਕਿ ਤੁਸੀਂ ਸਾਰੇ ਖੁਸ਼ ਖੁਰਾਕ ਲੋਕ। ਲੋ ਜੀ ਭਾਈ, ਨਹੀਂ ਬਲਕਿ ਟੁੱਕਰ ਬਾੜ।
ਅੰਨ ਪਾੜ ਕੇ ਅੰਨ ਦੀ ਤਬਾਹੀ ਲਾਣ ਵਾਲੇ ਜੀ। ਲੋ ਜੀ ਭਾਜੀ ਉਹ ਨਾ ਉਹਦੀ ਅੰਮੀ ਨੇ ਨਾ ਇੰਜ ਕਰਕੇ ਢੱਕਣ ਚੁੱਕਿਆ। ਅਸੀਂ ਜਨਾਬ ਬੂਆ ਖੜਕਾਇਆ, ਹਾਲੇ ਉਹਨੇ ਥਾਲੀ ਵੀ ਨਹੀਂ ਪਹਿਲੀ ਭਰੀ। ਮੈਂ ਕਿਹਾ ਜੀ ਵਿਕਾਸ ਸਾਹਿਬ ਹੈ ਨੇ? ਉਹਨਾਂ ਆਖਿਆ ਜੀ ਨਹੀਂ, ਉਹ ਨਾ ਫਲਾਣੇ ਇੱਕ ਰਿਸ਼ਤੇਦਾਰ ਨੂੰ ਲੈਣ ਗਿਆ ਫਤੋਮਣ ਚੌਂਕ ਚੋਂ। ਮੈਂ ਕਿਹਾ ਜੀ ਠੀਕ ਹੈ, ਕੋਈ ਗੱਲ ਨਹੀਂ। ਲਓ ਜੀ ਭਾਈ ਅਸੀਂ ਵਾਪਸ ਆ ਗਏ। ਨਹੀਂ ਕਿ ਅਸੀਂ ਤੇ ਨਹੀਂ ਰੋਟੀ ਖਾਣੀ। ਉਹ ਭਾਈ ਆਇਆ, ਉਹਨੇ ਸਾਨੂੰ ਫੋਨ ਕੀਤਾ, ਉਹਨੇ ਆਖਿਆ ਕਿੱਥੇ ਹੋ? ਉਨੀ ਚਿਰ ਨੂੰ ਭਾਈ ਅੱਧੀ ਦੇਗ ਨਿਕਲ ਚੁੱਕੀ ਸੀ। ਤੇ ਤੁਹਾਨੂੰ ਪਤਾ ਜਦੋਂ ਅੱਧੀ ਦੇਗ ਨਿਕਲ ਜੇ ਪਿੱਛੇ ਬਚਦਾ ਕੱਖ ਨਹੀਂ ਸਵਾਏ ਚੌਲਾਂ ਤੋਂ। ਨਹੀਂ ਅੱਧੀ ਦੇਗ ਹੁੰਦੀ ਯਾਰ। ਨਹੀਂ ਨਾ, ਉਹਨਾਂ ਨੇ ਕੋਈ ਬੋਟੀਆਂ ਹਿਸਾਬ ਦੀਆਂ ਪਾਈਆਂ ਹਨ। ਅੱਛਾ ਅੱਛਾ ਅੱਛਾ। ਉਹਨਾਂ ਦੱਸਿਆ ਸੀ ਮੈਨੂੰ ਕੁਲੀਆ ਵੀ ਕਿ ਇੰਨੇ ਦੇ ਚੌਲ। ਅੱਛਾ ਅੱਛਾ ਅੱਛਾ। ਮੈਂ ਗਿਆ ਠੀਕ ਹੈ ਭਾਈ। ਉਹ ਨਾ ਕੋਈ ਅੱਧਾ ਕੋਈ ਪਿੰਡ ਰੋਟੀ ਖਾ ਗਿਆ। ਠੀਕ ਹੈ। ਉਹਨੇ ਆਖਿਆ ਜੀ ਆਓ ਜੀ। ਮੈਂ ਕਿਹਾ ਨਹੀਂ, ਜਿਹੜੀ ਸਾਡੇ ਨਾਲ ਤੇਰੀ ਗੱਲ ਹੋਈ ਹੈ ਨਾ ਉਸ ਗੱਲ ਤੇ ਅਸੀਂ ਕਾਇਮ। ਉਹਨੇ ਆਖਿਆ ਜੀ ਠੀਕ ਹੈ। ਤਾਂ ਗੱਲ ਕੀ ਹੋਈ ਸੀ? ਗੱਲ ਇਹ ਹੋਈ ਸੀ ਜੇ ਢੱਕਣ ਚੁੱਕਿਆ ਗਿਆ ਤੁਸੀਂ ਉੱਥੇ ਨਾ ਆਏ ਤੁਹਾਨੂੰ ਰੋਟੀ ਪੈ ਗਈ। ਓਏ ਓ ਮੇਰੇ ਰੱਬਾ, ਜੇ ਮੈਂ ਉੱਥੇ ਨਾ ਆਇਆ ਓਏ ਉਹਨੇ ਤਾਂ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰ ਲਈ, ਕਰ ਬੈਠਾ। ਲੋ ਜੀ ਸੁਣਿਆ ਜੇ ਗੱਲ ਵਿੱਚ ਨਾ ਵਿੱਚ ਟਵਿਸਟ ਜੇ। ਅੱਛਾ ਫੇਰ ਉਹ ਭਾਜੀ ਅਸੀਂ ਮੈਂ ਕਿਹਾ ਦੇਖੀ ਉਹ ਨਾ ਹੋਵੇ ਕਿ ਮੈਨੂੰ ਲੋਕ ਦਾਵਤ ਦੇਣ ਲੱਗੇ ਕਹਿਣ ਵੀ ਰਾਣੇ ਹਮਦ ਨੂੰ ਨਾਲ ਲੈ ਕੇ ਨਾ। ਨਹੀਂ ਭਾਜੀ, ਜਿੱਥੇ ਕੋਈ ਚੰਗੀ ਦਾਵਤ ਹੋਈ ਮੈਨੂੰ ਬੁਲਾ ਲਿਆ ਜੀ ਨਾਲ। ਤੇ ਉਹ ਨਾ ਭਾਜੀ ਉਹਨੇ ਸਾਨੂੰ ਨਾ, ਅਸੀਂ ਕਿਹਾ ਜਨਾਬ ਹੁਣ ਸ਼ਾਮ ਨੂੰ ਤੁਹਾਨੂੰ ਮਾਮੇ ਦੇ ਹੋਟਲ ਤੇ ਮਿਲਾਂਗੇ। ਅੱਛਾ। ਉਹਨੇ ਆਖਿਆ ਜੀ ਠੀਕ ਹੈ ਜੀ। ਕਿਸਮਤ ਮਾੜੀ ਉਹਦੀ ਵਿਚਾਰੇ ਦੀ। ਅਸੀਂ ਸਾਰੇ ਟੁਰ ਗਏ ਮਾਮੇ ਦੇ ਹੋਟਲ ਤੇ। ਹੁਣ 3 ਬੰਦੇ ਐਸੇ ਸਨ ਵਿੱਚ ਜਿਹੜੇ ਕੰਮ ਖੁਰਾਕ ਖਾਣ ਵਾਲੇ ਸਨ। ਠੀਕ ਹੈ। ਅਸੀਂ 3 ਬੰਦੇ ਐਸੇ ਸਨ ਅਸੀਂ ਰੋਟੀ ਦੀ ਤਬਾਹੀ ਲਾਉਣ ਵਾਲੇ ਸਾਂ। ਲੋ ਜੀ ਭਾਈ ਰੋਟੀ ਸ਼ੁਰੂ ਹੋਈ ਏ। ਅੱਛਾ। ਉਹ ਨਾ ਜਿਸ ਚੁਬਾਰੇ ਦੇ ਉੱਤੇ ਹੋਟਲ ਹੈ ਨਾ, ਉਹ ਚੁਬਾਰੇ ਤੁਹਾਨੂੰ ਪਤਾ ਮਾਮੇ ਦੇ ਹੋਟਲ ਦਾ ਉਹਦੇ ਉੱਤੇ ਚੁਬਾਰਾ ਵੀ। ਚੁਬਾਰਾ ਬਿਲਕੁਲ। ਚੁਬਾਰੇ ਤੇ 7 ਕੁਰਸੀਆਂ ਹੀ ਲੱਗਦੀਆਂ ਨੇ ਬਸ। ਤੰਦੂਰ ਵੀ ਮੇਰੇ ਖਿਆਲ ਉੱਤੇ ਲੱਗਾ। ਉਹ ਰੋਟੀਆਂ ਲਿਆਵੇ ਉਹ ਰਾਹ 'ਚ ਫੜੀਆਂ ਜਾਣ। ਉਹ ਰੋਟੀਆਂ ਲਿਆਵੇ ਰਾਹ 'ਚ ਫੜੀਆਂ ਜਾਣ। ਉਹ ਭਾਜੀ ਈਵਨ ਕਿ ਰੋਟੀਆਂ ਥੱਲੋਂ ਜਿਹੜਾ ਮਾਮੇ ਦੇ ਹੋਟਲ ਵਾਲਾ ਸੀ ਨਾ, ਅੱਲਾ ਜੰਨਤਾਂ 'ਚ ਘਾਰਤ ਕਰੇ, ਜੱਜੀ ਬੱਟ ਫੌਤ ਹੋ ਗਿਆ। ਜੱਜੀ ਬੱਟ ਉਹਨੂੰ ਕੱਢੇ ਗਾਲਾਂ ਮੁੰਡੇ ਨੂੰ, ਉਹ ਥੱਲੇ ਰੋਟੀਆਂ ਲਿਆ ਤੇਰੇ ਮਰ ਜਾਣ ਸਾਈਂ। ਉਹ ਆਖੇ ਮੈਂ ਕੀ ਕਰਾਂ, ਜਿਹੜੀਆਂ ਲਿਆਣਾ ਉੱਤੇ ਹੀ ਡੱਕ ਕਰਤੀਆਂ ਨੇ। ਲੋ ਜੀ ਭਾਜੀ ਕੋ ਉਹਦੇ 5 ਕੁ ਫੇਰੇ ਲੱਗੇ ਨੇ, ਕਦੀ 10 ਕਦੀ 8 ਕਦੀ 10 ਕਦੀ 8। ਅਸੀਂ 3 ਬੈਠੇ। ਹੁਣ ਮੇਰੇ ਨਾਲ ਬੈਠਾ ਸੀ ਜ਼ਾਹਦ ਪਠਾਨ। ਉਹਦਾ ਹੀ ਕੰਮ ਪਰ ਹੁਣ ਵਿਕਾਸ ਨੂੰ ਪਤਾ ਸੀ ਕਿ ਮੈਂ ਜ਼ਾਹਦ ਪਠਾਨ ਨੂੰ ਉਠਾਇਆ ਨਾ ਇਹਨੇ ਉੱਠ ਪੈਣਾ। ਉਹਨੇ ਜ਼ਾਹਦ ਪਠਾਨ ਨੂੰ ਕਿਹਾ ਤੈਨੂੰ ਰੁਪਈਆ ਲਾਵਾਂਗਾ 1500 ਰੋਟੀ ਛੱਡ ਦੇ। ਓਏ ਹੋਏ ਹੋਏ ਹੋਏ। ਅੱਛਾ ਰੋਟੀ ਛੱਡ ਦੇ। ਜ਼ਾਹਦ ਵੇਖ ਗਿਆ ਭਾਈ। ਓਏ ਹੋਏ ਹੋਏ। ਉਹਨੇ ਰੋਟੀ ਛੱਡ ਦਿੱਤੀ। ਉਹਦਾ ਬਿੱਲ ਬਣਿਆ 7000 ਰੁਪਈਆ ਉਦੋਂ। ਅੱਲਾ ਅੱਲਾ। ਤੇ ਜਿਹੜਾ 1500 ਉਹਨੇ ਜ਼ਾਹਦ ਨੂੰ ਦਿੱਤਾ ਉਹ ਲੈ ਲਾ। ਲੋ ਜੀ ਸਾਡੇ ਹੁਣ ਤੇ ਚਲੋ ਵਕਤ ਬਦਲ ਗਿਆ। ਬਿਲਕੁਲ ਬਦਲ ਗਿਆ। ਜਦੋਂ ਜੱਜੀ ਬੱਟ ਸਾਹਿਬ ਜਿਉਂਦੇ ਹਨ, ਅੱਲਾ ਉਹਨੂੰ ਜੰਨਤ ਜਗ੍ਹਾ ਦੇ। ਬਿਲਕੁਲ। ਮਾਮੇ ਦੇ ਹੋਟਲ ਦਾ ਇੰਨਾ ਕੁ ਨਾਂ ਸੀ ਕਿ ਇੱਥੇ ਟਰੱਕ ਖਲੋਂਦੇ ਹੁੰਦੇ ਸਨ, ਲੋਕ ਬੜੀ ਦੂਰੋਂ ਰੋਟੀ ਖਾਣ ਆਉਂਦੇ ਹਨ। ਚਲੋ ਅੱਜ ਵੀ ਖੈਰ ਇੱਕ ਨਾਮ ਹੈ ਉਹਦਾ, ਲੇਕਿਨ ਉਦੋਂ ਕਿਆ ਹੀ 12 ਸਨ। ਕਿਆ 12 ਸਨ ਜੀ। ਉਹ ਫਿਰ ਜਨਾਬ ਮਾਮੇ ਦੇ ਹੋਟਲ ਤੇ ਵੀ ਅਸੀਂ ਮਸ਼ਹੂਰ ਹੋਏ। ਲੋ ਜੀ ਸਾਨੂੰ ਬਰਦਾਸ਼ਤ ਕਰਨ ਦਾ ਸ਼ੁਕਰੀਆ। ਹੁਣ ਰਾਣਾ ਸਾਹਿਬ ਨੂੰ ਇੱਕ ਕੰਮ ਹੈ ਛੋਟਾ ਜਾਏ, ਉੱਥੇ ਜਾ ਰਹੇ ਨੇ, ਉਹ ਭੁਗਤਾ ਕੇ ਫਿਰ ਆ ਕੇ ਜਨਾਬ ਇੱਕ ਹੋਰ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਮੱਛੀ ਵੀ ਲਾਈ ਜਾਏਗੀ ਤੇ ਰਾਣਾ ਸਾਹਿਬ ਨੂੰ ਵਿਖਾਈ ਜਾਏਗੀ। ਸੋਰੀ ਖਵਾ ਨਹੀਂ ਸਕਦੇ। ਨਹੀਂ ਇਹ ਫਿਰ ਮੇਰੇ ਨਾਲ ਧਰਾਓ ਹੋ ਗਿਆ। ਜ਼ੁਨੈਰ ਭਾਈ ਵੇਖ ਲਓ। ਲੋ ਜੀ ਬਹੁਤ ਸ਼ੁਕਰੀਆ ਜੀ। ਖੁਦਾ ਹਾਫਿਜ਼। ਸ਼ਾਦ ਰਹੋ, ਆਬਾਦ ਰਹੋ।